ओम शांति। आज सुनते हाँ 21 अक्टूबर 2024 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਸੱਚੇ ਬਾਪ ਦੇ ਨਾਲ ਸੱਚਾ ਬਣੋ, ਸੱਚਾਈ ਦਾ ਚਾਟ ਰੱਖੋ, ਗਿਆਨ ਦਾ ਹੰਕਾਰ ਛੱਡ, ਯਾਦ ਵਿੱਚ ਰਹਿਣ ਦਾ ਪੂਰਾ ਪੁਰਸ਼ਾਰਥ ਕਰੋ। ਪ੍ਰਸ਼ਨ ਹੈ, ਮਹਾਵੀਰ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ? ਮਹਾਵੀਰ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ? ਉੱਤਰ, ਮਹਾਵੀਰ ਬੱਚੇ ਉਹ ਜਿਨ੍ਹਾਂ ਦੀ ਬੁੱਧੀ ਵਿੱਚ ਨਿਰੰਤਰ ਬਾਪ ਦੀ ਯਾਦ ਹੋਵੇ। ਮਹਾਵੀਰ ਯਾਨੀ ਸਰਵ ਸ਼ਕਤੀਮਾਨ। ਮਹਾਵੀਰ ਉਹ ਜਿਨ੍ਹਾਂ ਨੂੰ ਨਿਰੰਤਰ ਖੁਸ਼ੀ ਹੋਵੇ, ਜੋ ਆਤਮ ਅਭਿਮਾਨੀ ਹੋਣ, ਜ਼ਰਾ ਵੀ ਦੇਹ ਦਾ ਹੰਕਾਰ ਨਾ ਹੋਵੇ। ਅਜਿਹੇ ਮਹਾਵੀਰ ਬੱਚਿਆਂ ਦੀ ਬੁੱਧੀ ਵਿੱਚ ਰਹਿੰਦਾ ਅਸੀਂ ਆਤਮਾ ਹਾਂ। ਬਾਬਾ ਸਾਨੂੰ ਪੜ੍ਹਾ ਰਹੇ ਨੇ। ਓਮ ਸ਼ਾਂਤੀ। ਰੂਹਾਨੀ ਬਾਪ ਰੂਹਾਨੀ ਬੱਚਿਆਂ ਤੋਂ ਪੁੱਛਦੇ ਨੇ, ਆਪਣੇ ਆਪ ਨੂੰ ਰੂਹ ਜਾਂ ਆਤਮਾ ਸਮਝ ਬੈਠੇ ਹੋ? ਕਿਉਂਕਿ ਬਾਪ ਜਾਣਦੇ ਨੇ ਇਹ ਕੁਝ ਡਿਫਿਕਲਟ ਹੈ, ਮੁਸ਼ਕਿਲ ਹੈ। ਇਸ ਵਿੱਚ ਹੀ ਮਿਹਨਤ ਹੈ। ਜੋ ਆਤਮ ਅਭਿਮਾਨੀ ਹੋ ਕੇ ਬੈਠੇ ਨੇ ਉਹਨਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ, ਉਹਨਾਂ ਨੂੰ ਮਹਾਵੀਰ ਕਿਹਾ ਜਾਂਦਾ। ਹਮੇਸ਼ਾ ਆਪਣੇ ਆਪ ਤੋਂ ਪੁੱਛਦੇ ਰਹੋ, ਅਸੀਂ ਆਤਮ ਅਭਿਮਾਨੀ ਹਾਂ। ਯਾਦ ਨਾਲ ਹੀ ਮਹਾਵੀਰ ਬੰਦੇ ਹਾਂ, ਗੋਇਆ ਸੁਪਰੀਮ ਬੰਦੇ ਹਾਂ। ਔਰ ਜੋ ਵੀ ਧਰਮ ਵਾਲੇ ਆਂਦੇ ਉਹ ਇੰਨੇ ਸੁਪਰੀਮ ਨਹੀਂ ਬੰਦੇ, ਉਹ ਤਾਂ ਆਂਦੇ ਵੀ ਦੇਰ ਨਾਲ ਨੇ। ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਸੁਪਰੀਮ ਬੰਦੇ ਹੋ। ਸੁਪਰੀਮ ਅਰਥਾਤ ਸ਼ਕਤੀਮਾਨ ਮਹਾਵੀਰ। ਅੰਦਰ ਇਹ ਖੁਸ਼ੀ ਹੁੰਦੀ ਹੈ ਅਸੀਂ ਆਤਮਾ ਹਾਂ। ਸਭ ਆਤਮਾਵਾਂ ਦਾ ਬਾਪ ਸਾਨੂੰ ਪੜ੍ਹਾਉਂਦੇ ਨੇ। ਇਹ ਵੀ ਬਾਪ ਜਾਣਦੇ ਨੇ। ਕੋਈ ਆਪਣਾ ਚਾਰਟ 25% ਦਿਖਾਉਂਦੇ, ਕੋਈ 100% ਦਿਖਾਉਂਦੇ ਨੇ। ਕੋਈ ਕਹਿੰਦੇ ਨੇ 24 ਘੰਟੇ ਵਿੱਚੋਂ ਅੱਧਾ ਘੰਟਾ ਯਾਦ ਠਹਿਰਦੀ ਹੈ, ਤਾਂ ਕਿੰਨੇ ਪਰਸੈਂਟੇਜ ਹੋਇਆ? ਆਪਣੀ ਬੜੀ ਸੰਭਾਲ ਰੱਖਣੀ ਹੈ। ਹੌਲੀ ਹੌਲੀ ਮਹਾਵੀਰ ਬਣਨਾ ਹੈ। ਫੱਟ ਤੋਂ ਨਹੀਂ ਬਣ ਸਕਦੇ, ਮਿਹਨਤ ਹੈ। ਉਹ ਜੋ ਬ੍ਰਹਮ ਗਿਆਨੀ ਤੱਤਵ ਗਿਆਨੀ ਨੇ, ਐਵੇਂ ਨਾ ਸਮਝੋ ਉਹ ਆਪਣੇ ਆਪ ਨੂੰ ਆਤਮਾ ਸਮਝਦੇ ਨੇ। ਉਹ ਤਾਂ ਬ੍ਰਹਮ ਘਰ ਨੂੰ ਪਰਮਾਤਮਾ ਸਮਝਦੇ ਨੇ ਤੇ ਖੁਦ ਨੂੰ ਅਹਮ ਬ੍ਰਹਮ ਸਵਾਮੀ। ਉਹ ਘਰ ਨਾਲ ਥੋੜੀ ਹੀ ਯੋਗ ਲਗਾਇਆ ਜਾਂਦਾ ਹੈ। ਹੁਣ ਤੁਸੀਂ ਬੱਚੇ ਆਪਣੇ ਆਪ ਨੂੰ ਆਤਮਾ ਸਮਝਦੇ ਹੋ। ਆਪਣਾ ਚਾਰਟ ਦੇਖਣਾ ਹੈ। 24 ਘੰਟਿਆਂ ਵਿੱਚੋਂ ਕਿੰਨਾ ਸਮਾਂ ਆਪਣੇ ਆਪ ਨੂੰ ਆਤਮਾ ਸਮਝਦੇ ਹੋ? ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਈਸ਼ਵਰੀਏ ਸਰਵਿਸ ਤੇ ਹਾਂ, ਔਨ ਗॉड ਫਾਦਰਲੀ ਸਰਵਿਸ। ਸਭ ਨੂੰ ਇਹੀ ਦੱਸਣਾ ਹੈ। ਬਾਪ ਸਿਰਫ ਕਹਿੰਦੇ ਨੇ ਮਨਮਨਾ ਭਵ, ਅਰਥਾਤ ਆਪਣੇ ਆਪ ਨੂੰ ਆਤਮਾ ਸਮਝ ਮੁਝ ਬਾਪ ਨੂੰ ਯਾਦ ਕਰੋ। ਇਹ ਹੈ ਤੁਹਾਡੀ ਸਰਵਿਸ। ਜਿੰਨਾ ਤੁਸੀਂ ਸਰਵਿਸ ਕਰੋਗੇ ਓਨਾ ਫਲ ਵੀ ਮਿਲੇਗਾ। ਇਹ ਗੱਲਾਂ ਚੰਗੀ ਤਰ੍ਹਾਂ ਸਮਝਣ ਦੀਆਂ ਨੇ। ਚੰਗੇ ਮਹਾਰਥੀ ਬੱਚੇ ਵੀ ਇਸ ਗੱਲ ਨੂੰ ਪੂਰਾ ਸਮਝਦੇ ਨਹੀਂ। ਇਸ ਵਿੱਚ ਵੱਡੀ ਮਿਹਨਤ ਹੈ। ਮਿਹਨਤ ਬਿਗਰ ਫਲ ਥੋੜੀ ਮਿਲ ਸਕਦਾ ਹੈ। ਬਾਬਾ ਦੇਖਦੇ ਨੇ ਕੋਈ ਚਾਰਟ ਬਣਾ ਕੇ ਭੇਜ ਦਿੰਦੇ, ਕੋਈ ਤੋਂ ਚਾਰਟ ਲਿਖਣਾ ਪਹੁੰਚਦਾ ਹੀ ਨਹੀਂ। ਗਿਆਨ ਦਾ ਹੰਕਾਰ ਹੈ। ਯਾਦ ਵਿੱਚ ਬੈਠਣ ਦੀ ਮਿਹਨਤ ਪਹੁੰਚਦੀ ਨਹੀਂ। ਬਾਪ ਸਮਝਾਉਂਦੇ ਨੇ ਮੂਲ ਗੱਲ ਹੈ ਯਾਦ ਦੀ। ਆਪਣੇ ਆਪ ਤੇ ਨਜ਼ਰ ਰੱਖਣੀ ਹੈ। ਸਾਡਾ ਚਾਰਟ ਕਿਹੋ ਜਿਹਾ ਰਹਿੰਦਾ ਹੈ ਉਹ ਨੋਟ ਕਰਨਾ ਹੈ। ਕਈ ਕਹਿੰਦੇ ਨੇ ਚਾਰਟ ਲਿਖਣ ਦੀ ਫੁਰਸਤ ਨਹੀਂ। ਮੂਲ ਗੱਲ ਬਾਪ ਕਹਿੰਦੇ ਆਪਣੇ ਆਪ ਨੂੰ ਆਤਮਾ ਸਮਝ ਅਲਫ ਨੂੰ ਯਾਦ ਕਰੋ। ਇੱਥੇ ਜਿੰਨਾ ਸਮੇਂ ਬੈਠਦੇ ਹੋ ਵਿੱਚੋਂ ਆਪਣੇ ਦਿਲ ਤੋਂ ਪੁੱਛੋ ਅਸੀਂ ਕਿੰਨਾ ਸਮੇਂ ਯਾਦ ਵਿੱਚ ਬੈਠੇ। ਜਦੋਂ ਇੱਥੇ ਬੈਠਦੇ ਹੋ ਤੁਹਾਨੂੰ ਯਾਦ ਵਿੱਚ ਵੀ ਰਹਿਣਾ ਹੈ। ਚੱਕਰ ਵੀ ਫਿਰਾਓ ਤਾਂ ਹਰਜਾ ਨਹੀਂ। ਬਾਬਾ ਕੋਲ ਜ਼ਰੂਰ ਜਾਣਾ ਹੈ। ਪਵਿੱਤਰ ਸਤੋ ਪ੍ਰਧਾਨ ਹੋ ਕੇ ਜਾਣਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਕਈ ਤਾਂ ਫਟ ਭੁੱਲ ਜਾਂਦੇ, ਸੱਚਾ ਚਾਰਟ ਆਪਣਾ ਦੱਸਦੇ ਹੀ ਨਹੀਂ। ਅਜਿਹੇ ਬਹੁਤ ਮਹਾਰਥੀ ਨੇ, ਸੱਚ ਕਦੇ ਨਹੀਂ ਦੱਸਣਗੇ। ਅੱਧਾ ਕਲਪ ਝੂਠ ਦੁਨੀਆ ਚੱਲੀ। ਝੂਠ ਜਿਵੇਂ ਅੰਦਰ ਜੰਮ ਹੀ ਗਿਆ ਹੈ। ਇਸ ਵਿੱਚ ਜੋ ਸਾਧਾਰਨ ਨੇ ਉਹ ਝੱਟ ਚਾਰਟ ਲਿਖਣਗੇ। ਬਾਬਾ ਕਹਿੰਦੇ ਨੇ ਤੁਸੀਂ ਪਾਪਾਂ ਨੂੰ ਪਾਵਨ ਬਣੋਗੇ ਯਾਦ ਦੀ ਯਾਤਰਾ ਨਾਲ। ਸਿਰਫ ਗਿਆਨ ਨਾਲ ਪਾਵਨ ਨਹੀਂ ਬਣੋਗੇ, ਬਾਕੀ ਫਾਇਦਾ ਕੀ? ਪੁਕਾਰਦੇ ਵੀ ਹੋ ਪਾਵਨ ਬਣਨ ਦੇ ਲਈ।
ਉਸ ਦੇ ਲਈ ਚਾਹੀਦੀ ਹੈ ਯਾਦ। ਹਰ ਇੱਕ ਨੂੰ ਸੱਚਾਈ ਨਾਲ ਆਪਣਾ ਚਾਰਟ ਦੱਸਣਾ ਚਾਹੀਦਾ ਹੈ। ਇੱਥੇ ਤੁਸੀਂ ਪੌਣਾ ਘੰਟਾ ਬੈਠੇ ਤਾਂ ਵੀ ਦੇਖਣਾ ਹੈ ਪੌਣੇ ਘੰਟੇ ਵਿੱਚ ਅਸੀਂ ਕਿੰਨਾ ਸਮਾਂ ਆਪਣੇ ਆਪ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਸੀ। ਕਈਆਂ ਨੂੰ ਸੱਚ ਦੱਸਣ ਵਿੱਚ ਲੱਜਾ ਆਉਂਦੀ ਹੈ, ਬਾਪ ਨੂੰ ਸੱਚ ਨਹੀਂ ਦੱਸਦੇ। ਉਹ ਸਮਾਚਾਰ ਦੇਣਗੇ, ਇਹ ਸਰਵਿਸ ਕੀਤੀ, ਇੰਨਿਆਂ ਨੂੰ ਸਮਝਾਇਆ, ਇਹ ਕੀਤਾ, ਪਰ ਯਾਦ ਦੀ ਯਾਤਰਾ ਦਾ ਚਾਰਟ ਨਹੀਂ ਲਿਖਦੇ। ਬਾਬਾ ਕਹਿੰਦੇ ਯਾਦ ਦੀ ਯਾਤਰਾ ਵਿੱਚ ਨਾ ਰਹਿਣ ਦੇ ਕਾਰਨ ਤੁਹਾਡਾ ਕਿਸੇ ਨੂੰ ਤੀਰ ਨਹੀਂ ਲੱਗਦਾ। ਗਿਆਨ ਤਲਵਾਰ ਵਿੱਚ ਜੋਹਰ ਨਹੀਂ ਭਰਦਾ। ਗਿਆਨ ਤਾਂ ਸੁਣਾਉਂਦੇ ਨੇ, ਬਾਕੀ ਯੋਗ ਦਾ ਤੀਰ ਲੱਗ ਜਾਵੇ ਉਹ ਬੜਾ ਮੁਸ਼ਕਿਲ ਹੈ। ਬਾਬਾ ਤਾਂ ਕਹਿੰਦੇ ਪੌਣੇ ਘੰਟੇ ਵਿੱਚ 5 ਮਿੰਟ ਵੀ ਯਾਦ ਦੀ ਯਾਤਰਾ ਵਿੱਚ ਨਹੀਂ ਬੈਠਦੇ ਹੋਣਗੇ। ਸਮਝਦੇ ਨਹੀਂ ਕਿਵੇਂ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੀਏ। ਕਈ ਤਾਂ ਕਹਿੰਦੇ ਨੇ ਅਸੀਂ ਨਿਰੰਤਰ ਯਾਦ ਵਿੱਚ ਰਹਿੰਦੇ ਹਾਂ। ਬਾਬਾ ਕਹਿੰਦੇ ਅਵਸਥਾ ਹੁਣ ਨਹੀਂ ਹੋ ਸਕਦੀ। ਜੇਕਰ ਨਿਰੰਤਰ ਯਾਦ ਕਰਦੇ ਫਿਰ ਤਾਂ ਕਰਮਾਤੀਤ ਅਵਸਥਾ ਆ ਜਾਏ, ਗਿਆਨ ਦੀ ਪ੍ਰਕਾਸ਼ਤਾ ਹੋ ਜਾਵੇ। ਥੋੜਾ ਵੀ ਕਿਸੇ ਨੂੰ ਸਮਝਾਉਣ ਨਾਲ ਬਹੁਤ ਤੀਰ ਲੱਗ ਜਾਵੇ, ਪਰ ਮਿਹਨਤ ਹੈ ਨਾ। ਵਿਸ਼ਵ ਦਾ ਮਾਲਿਕ ਕੋਈ ਐਵੇਂ ਥੋੜੀ ਬਣ ਜਾਓਗੇ। ਮਾਇਆ ਤੁਹਾਡੀ ਬੁੱਧੀ ਦਾ ਯੋਗ ਕਿੱਥੋਂ ਤਾਂ ਕਿੱਥੋਂ ਲੈ ਜਾਵੇਗੀ। ਮਿੱਤਰ ਸੰਬੰਧੀ ਯਾਦ ਆਉਂਦੇ ਰਹਿਣਗੇ। ਕਿਸੇ ਨੂੰ ਵਿਲਾਇਤ ਜਾਣਾ ਹੋਏਗਾ ਤਾਂ ਸਭ ਮਿੱਤਰ ਸੰਬੰਧੀ ਸਟੀਮਰ, ਐਰੋਪਲੇਨ ਯਾਦ ਆਉਂਦੇ ਰਹਿਣਗੇ। ਵਿਲਾਇਤ ਜਾਣ ਦੀ ਜੋ ਪ੍ਰੈਕਟੀਕਲ ਇੱਛਾ ਹੈ ਉਹ ਖਿੱਚਦੀ ਹੈ। ਬੁੱਧੀ ਦਾ ਯੋਗ ਬਿਲਕੁਲ ਟੁੱਟ ਜਾਂਦਾ ਹੈ। ਹੋਰ ਕੋਈ ਤਰਫ ਬੁੱਧੀ ਨਾ ਜਾਏ, ਇਸ ਵਿੱਚ ਬੜੀ ਮਿਹਨਤ ਦੀ ਗੱਲ ਹੈ। ਸਿਰਫ ਇੱਕ ਬਾਪ ਦੀ ਯਾਦ ਰਹੇ, ਇਹ ਦੇਵੀ ਯਾਦ ਨਾ ਆਵੇ, ਇਹ ਅਵਸਥਾ ਤੁਹਾਡੀ ਪਿਛਾੜੀ ਨੂੰ ਹੋਵੇਗੀ। ਦਿਨ ਪ੍ਰਤੀ ਦਿਨ ਜਿੰਨਾ ਯਾਦ ਦੀ ਯਾਤਰਾ ਵਧਾਉਂਦੇ ਰਹੋਗੇ, ਇਸ ਵਿੱਚ ਤੁਹਾਡਾ ਕਲਿਆਣ ਹੈ। ਜਿੰਨਾ ਯਾਦ ਵਿੱਚ ਰਹੋਗੇ ਓਨੀ ਤੁਹਾਡੀ ਕਮਾਈ ਹੋਏਗੀ। ਜੇਕਰ ਸਰੀਰ ਛੁੱਟ ਗਿਆ ਫਿਰ ਇਹ ਕਮਾਈ ਕਰ ਨਹੀਂ ਸਕੋਗੇ। ਜਾ ਕੇ ਛੋਟਾ ਬੱਚਾ ਬਣੋਗੇ, ਕਮਾਈ ਕੀ ਕਰ ਸਕੋਗੇ। ਭਲੇ ਆਤਮਾ ਸੰਸਕਾਰ ਲੈ ਜਾਏਗੀ, ਪਰ ਟੀਚਰ ਤਾਂ ਚਾਹੀਦੀ ਹੈ ਨਾ, ਜੋ ਫਿਰ ਤੋਂ ਸਮ੍ਰਿਤੀ ਦਿਲਾ। ਬਾਪ ਵੀ ਸਮ੍ਰਿਤੀ ਦਿਲਾਉਂਦੇ ਨੇ। ਬਾਪ ਨੂੰ ਯਾਦ ਕਰੋ। ਇੱਥੇ ਸਿਵਾਏ ਤੁਹਾਡੇ ਹੋਰ ਕਿਸੇ ਨੂੰ ਪਤਾ ਨਹੀਂ ਕਿ ਬਾਪ ਦੀ ਯਾਦ ਨਾਲ ਪਾਵਨ ਬਣਾਂਗੇ। ਉਹ ਤਾਂ ਗੰਗਾ ਸਨਾਨ ਨੂੰ ਉੱਚਾ ਮੰਨਦੇ ਨੇ, ਇਸ ਲਈ ਗੰਗਾ ਸਨਾਨ ਹੀ ਕਰਦੇ ਰਹਿੰਦੇ। ਬਾਬਾ ਤਾਂ ਇਹਨਾਂ ਸਭ ਗੱਲਾਂ ਦਾ ਅਨੁਭਵੀ ਹੈ ਨਾ। ਇਸ ਨੇ ਬ੍ਰਹਮਾ ਨੇ ਬਹੁਤ ਗੁਰੂ ਕੀਤੇ ਨੇ। ਉਹ ਸਨਾਨ ਕਰਨ ਜਾਂਦੇ ਪਾਣੀ ਦਾ। ਇੱਥੇ ਤੁਹਾਡਾ ਸਨਾਨ ਹੁੰਦਾ ਹੈ ਯਾਦ ਦੀ ਯਾਤਰਾ ਨਾਲ। ਸਿਵਾਏ ਬਾਪ ਦੀ ਯਾਦ ਦੇ ਤੁਹਾਡੀ ਆਤਮਾ ਪਾਵਨ ਨਹੀਂ ਬਣ ਸਕਦੀ। ਇਸ ਦਾ ਨਾਮ ਹੀ ਹੈ ਯੋਗ, ਅਰਥਾਤ ਯਾਦ ਦੀ ਯਾਤਰਾ। ਗਿਆਨ ਨੂੰ ਸਨਾਨ ਨਹੀਂ ਸਮਝਣਾ। ਯੋਗ ਦਾ ਸਨਾਨ ਹੈ। ਗਿਆਨ ਤਾਂ ਪੜ੍ਹਾਈ ਹੈ। ਯੋਗ ਦਾ ਸਨਾਨ ਜਿਸ ਨਾਲ ਪਾਪ ਕੱਟਦੇ ਨੇ। ਗਿਆਨ ਤੇ ਯੋਗ ਦੋ ਚੀਜ਼ਾਂ ਨੇ। ਯਾਦ ਨਾਲ ਜਨਮ ਜਨਮਾਂਤਰ ਦੇ ਪਾਪ ਭਸਮ ਹੁੰਦੇ ਨੇ। ਬਾਪ ਕਹਿੰਦੇ ਨੇ ਇਸ ਯਾਦ ਦੀ ਯਾਤਰਾ ਨਾਲ ਤੁਸੀਂ ਪਾਵਨ ਬਣ ਸਤੋ ਪ੍ਰਧਾਨ ਬਣ ਜਾਓਗੇ। ਬਾਬਾ ਤਾਂ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ, ਮਿੱਠੇ ਮਿੱਠੇ ਬੱਚੋ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੋ, ਭੁੱਲੋ ਨਹੀਂ। ਯਾਦ ਦੀ ਯਾਤਰਾ ਨਾਲ ਹੀ ਜਨਮ ਜਨਮਾਂਤਰ ਦੇ ਪਾਪ ਕੱਟਣਗੇ। ਬਾਕੀ ਗਿਆਨ ਤਾਂ ਹੈ ਕਮਾਈ। ਯਾਦ ਤੇ ਪੜ੍ਹਾਈ ਦੋਨੋਂ ਵੱਖ-ਵੱਖ ਚੀਜ਼ਾਂ ਨੇ। ਗਿਆਨ ਵਿਗਿਆਨ, ਗਿਆਨ ਮਾਨਾ ਪੜ੍ਹਾਈ, ਵਿਗਿਆਨ ਮਾਨਾ ਯੋਗ, ਅਰਥਾਤ ਯਾਦ। ਕਿਸ ਨੂੰ ਉੱਚਾ ਰੱਖਾਂਗੇ, ਗਿਆਨ ਨੂੰ ਜਾਂ ਯੋਗ ਨੂੰ? ਯਾਦ ਦੀ ਯਾਤਰਾ ਬਹੁਤ ਵੱਡੀ ਹੈ। ਇਸ ਵਿੱਚ ਮਿਹਨਤ ਹੈ। ਸਵਰਗ ਵਿੱਚ ਸਭ ਜਾਣਗੇ, ਸਤਯੁਗ ਹੈ ਸਵਰਗ, ਤ੍ਰੇਤਾ ਹੈ ਸੈਮੀ ਸਵਰਗ। ਉੱਥੇ ਇਸ ਪੜ੍ਹਾਈ ਅਨੁਸਾਰ ਜਾ ਕੇ ਵਿਰਾਜਮਾਨ ਹੋਣਗੇ। ਬਾਕੀ ਮੁੱਖ ਹੈ ਯੋਗ ਦੀ ਗੱਲ। ਪ੍ਰਦਰਸ਼ਨੀ, ਮਿਊਜ਼ੀਅਮ ਆਦਿ ਵਿੱਚ ਤੁਸੀਂ ਗਿਆਨ ਸਮਝਾਉਂਦੇ ਹੋ, ਯੋਗ ਥੋੜੀ ਸਮਝਾ ਸਕੋਗੇ। ਸਿਰਫ ਇੰਨਾ ਕਹਿ ਸਕੋਗੇ ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਬਾਕੀ ਗਿਆਨ ਤਾਂ ਬਹੁਤ ਦਿੰਦੇ ਹੋ। ਬਾਪ ਕਹਿੰਦੇ ਨੇ ਪਹਿਲੇ ਗੱਲ ਇਹੀ ਦੱਸੋ, ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਇਸ ਗਿਆਨ ਦੇਣ ਦੇ ਲਈ ਤੁਸੀਂ ਇੰਨੇ ਚਿੱਤਰ ਆਦਿ ਬਣਾਉਂਦੇ ਹੋ। ਯੋਗ ਦੇ ਲਈ ਕੋਈ ਚਿੱਤਰ ਦੀ ਦਰਕਾਰ ਨਹੀਂ। ਚਿੱਤਰ ਸਭ ਗਿਆਨ ਦੀ ਸਮਝਾਣੇ ਦੇ ਲਈ ਬਣਾਏ ਜਾਂਦੇ ਨੇ। ਆਪਣੇ ਆਪ ਨੂੰ ਆਤਮਾ ਸਮਝਣ ਨਾਲ ਦੇਹ ਦਾ ਹੰਕਾਰ ਬਿਲਕੁਲ ਟੁੱਟ ਜਾਂਦਾ ਹੈ।
ਗਿਆਨ ਵਿੱਚ ਜ਼ਰੂਰ ਮੁੱਖ ਚਾਹੀਦਾ ਹੈ ਵਰਣਨ ਕਰਨ ਦੇ ਲਈ। ਯੋਗ ਦੀ ਇੱਕ ਹੀ ਗੱਲ ਹੈ, ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਪੜ੍ਹਾਈ ਵਿੱਚ ਦੇਹ ਦੀ ਦਰਕਾਰ ਹੈ। ਸਰੀਰ ਬਿਗਰ ਕਿਵੇਂ ਪੜ੍ਹਨਗੇ ਤੇ ਪੜ੍ਹਾਣਗੇ? ਪਤਿਤ ਪਾਵਨ ਬਾਪ ਹੈ, ਉਹਨਾਂ ਦੇ ਨਾਲ ਯੋਗ ਲਗਾਣਾ ਪਵੇ ਨਾ, ਪਰ ਕੋਈ ਜਾਣਦੇ ਨਹੀਂ। ਬਾਪ ਖੁਦ ਆ ਕੇ ਸਿਖਾਉਂਦੇ ਨੇ। ਮਨੁੱਖ ਨੂੰ ਕਦੇ ਸਿਖਾ ਨਾ ਸਕਣ। ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਪਰਮਾਤਮਾ ਦਾ ਗਿਆਨ। ਪਰਮਾਤਮਾ ਹੀ ਗਿਆਨ ਦਾ ਸਾਗਰ ਹੈ। ਇਹ ਬੜੀਆਂ ਸਮਝਣ ਦੀਆਂ ਗੱਲਾਂ ਨੇ। ਸਭ ਨੂੰ ਇਹੀ ਬੋਲੋ, ਬੇਹੱਦ ਦੇ ਬਾਪ ਨੂੰ ਯਾਦ ਕਰੋ। ਉਹ ਬਾਪ ਨਵੀਂ ਦੁਨੀਆ ਸਥਾਪਨ ਕਰਦੇ। ਉਹ ਸਮਝਦੇ ਨਹੀਂ ਨਵੀਂ ਦੁਨੀਆ ਸਥਾਪਨ ਹੋਣੀ ਹੈ ਜੋ ਭਗਵਾਨ ਨੂੰ ਯਾਦ ਕਰੀਏ। ਧਿਆਨ ਵਿੱਚ ਨਹੀਂ, ਖਿਆਲ ਹੀ ਕਿਉਂ ਕਰੀਏ? ਇਹ ਵੀ ਤੁਸੀਂ ਜਾਣਦੇ ਹੋ, ਪਰਮ ਪਿਤਾ ਪਰਮਾਤਮਾ ਸ਼ਿਵ ਭਗਵਾਨ ਇੱਕ ਹੀ ਹੈ। ਕਹਿੰਦੇ ਵੀ ਨੇ ਬ੍ਰਹਮਾ ਦੇਵਤਾਏ ਨਮਾ, ਫਿਰ ਪਿਛਾੜੀ ਵਿੱਚ ਕਹਿੰਦੇ ਸ਼ਿਵ ਪਰਮਾਤਮਾਏ ਨਮਾ। ਉਹ ਬਾਪ ਹੈ ਉੱਚੇ ਤੇ ਉੱਚਾ, ਪਰ ਉਹ ਕੀ ਹੈ ਇਹ ਨਹੀਂ ਸਮਝਦੇ। ਜੇਕਰ ਪੱਥਰ ਠੀਕਰ ਵਿੱਚ, ਫਿਰ ਨਮੈ ਕਾਹੇ ਦੀ? ਅਰਥ ਰਹਿਤ ਬੋਲਦੇ ਰਹਿੰਦੇ ਨੇ। ਇੱਥੇ ਤੁਹਾਨੂੰ ਆਵਾਜ਼ ਤੋਂ ਪਰੇ ਜਾਣਾ ਹੈ, ਅਰਥਾਤ ਨਿਰਵਾਣ ਧਾਮ ਸ਼ਾਂਤੀ ਧਾਮ ਵਿੱਚ ਜਾਣਾ ਹੈ। ਸ਼ਾਂਤੀ ਧਾਮ ਸੁਖ ਧਾਮ ਕਿਹਾ ਜਾਂਦਾ, ਉਹ ਹੈ ਸਵਰਗ ਧਾਮ। ਨਰਕ ਨੂੰ ਧਾਮ ਨਹੀਂ ਕਹਾਂਗੇ। ਅਕਸ਼ਰ ਬੜੇ ਸਹਿਜ ਨੇ। ਕ੍ਰਾਈਸਟ ਦਾ ਧਰਮ ਕਿੱਥੋਂ ਤੱਕ ਚੱਲੇਗਾ, ਇਹ ਵੀ ਉਹਨਾਂ ਲੋਕਾਂ ਨੂੰ ਪਤਾ ਨਹੀਂ। ਕਹਿੰਦੇ ਨੇ ਕ੍ਰਾਈਸਟ ਤੋਂ 3000 ਵਰ੍ਹੇ ਪਹਿਲੇ ਪੈਰਾਡਾਈਜ਼ ਸੀ, ਅਰਥਾਤ ਦੇਵੀ ਦੇਵਤਾਵਾਂ ਦਾ ਰਾਜ ਸੀ। ਫਿਰ 2000 ਵਰ੍ਹੇ ਕ੍ਰਿਸ਼ਨ ਦਾ ਹੋਇਆ। ਹੁਣ ਦੇਵਤਾ ਧਰਮ ਹੋਣਾ ਚਾਹੀਦਾ ਸੀ। ਮਨੁੱਖਾਂ ਦੀ ਬੁੱਧੀ ਕੁਝ ਕੰਮ ਨਹੀਂ ਕਰਦੀ। ਡਰਾਮਾ ਦੇ ਰਾਜ ਨੂੰ ਨਾ ਜਾਣਨ ਦੇ ਕਾਰਨ ਕਿੰਨੇ ਪਲਾਨ ਬਣਾਉਂਦੇ ਰਹਿੰਦੇ ਨੇ। ਇਹ ਗੱਲਾਂ ਵੱਡੀਆਂ ਅਵਸਥਾ ਵਾਲੀਆਂ ਬੁੱਢੀਆਂ ਮਾਤਾਵਾਂ ਸਮਝ ਨਾ ਸਕਣ। ਬਾਪ ਸਮਝਾਉਂਦੇ ਨੇ ਹੁਣ ਤੁਹਾਡੀ ਸਭ ਦੀ ਵਾਨਪ੍ਰਸਥ ਅਵਸਥਾ ਹੈ, ਵਾਣੀ ਤੋਂ ਪਰੇ ਜਾਣਾ ਹੈ। ਉਹ ਭਲੇ ਕਹਿੰਦੇ ਨਿਰਵਾਣ ਧਾਮ ਗਿਆ, ਪਰ ਜਾਂਦਾ ਕੋਈ ਨਹੀਂ। ਪੁਨਰ ਜਨਮ ਫਿਰ ਵੀ ਲੈਂਦੇ ਜ਼ਰੂਰ ਨੇ, ਵਾਪਿਸ ਕੋਈ ਨਹੀਂ ਜਾਂਦਾ। ਵਾਨਪ੍ਰਸਥ ਦੇ ਵਿੱਚ ਜਾਣ ਦੇ ਲਈ ਗੁਰੂ ਦਾ ਸੰਗ ਕਰਦੇ ਨੇ। ਬਹੁਤ ਵਾਨਪ੍ਰਸਥ ਆਸ਼ਰਮ ਵੀ ਨੇ, ਮਾਤਾਵਾਂ ਵੀ ਬਹੁਤ ਨੇ। ਉੱਥੇ ਤੁਸੀਂ ਸਰਵਿਸ ਕਰ ਸਕਦੀਆਂ ਹੋ। ਵਾਨਪ੍ਰਸਥ ਦਾ ਅਰਥ ਕੀ ਹੈ ਤੁਹਾਨੂੰ ਬਾਪ ਬੈਠ ਸਮਝਾਉਂਦੇ ਨੇ। ਹੁਣ ਤੁਸੀਂ ਵਾਨਪ੍ਰਸਥੀ ਹੋ। ਸਾਰੀ ਦੁਨੀਆ ਵਾਨਪ੍ਰਸਥੀ ਹੈ। ਜੋ ਵੀ ਮਨੁੱਖ ਮਾਤਰ ਦੇਖਦੇ ਹੋ ਸਭ ਵਾਨਪ੍ਰਸਥੀ ਨੇ। ਸਰਵ ਦਾ ਸਦਗਤੀ ਦਾਤਾ ਇੱਕ ਸਤਿਗੁਰੂ ਹੈ। ਸਭ ਨੂੰ ਜਾਣਾ ਹੀ ਹੈ। ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਉਹ ਆਪਣਾ ਉੱਚ ਪਦ ਪਾਉਂਦੇ ਨੇ। ਇਸ ਨੂੰ ਕਿਹਾ ਜਾਂਦਾ ਕਿਆਮਤ ਦਾ ਸਮੇਂ। ਕਿਆਮਤ ਦੇ ਅਰਥ ਨੂੰ ਵੀ ਉਹ ਲੋਕ ਸਮਝਦੇ ਨਹੀਂ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਸਮਝਦੇ ਨੇ। ਬੜੀ ਉੱਚੀ ਮੰਜ਼ਿਲ ਹੈ, ਸਭ ਨੂੰ ਸਮਝਣਾ ਹੈ। ਹੁਣ ਸਾਨੂੰ ਵਾਪਿਸ ਘਰ ਜਾਣਾ ਹੈ ਜ਼ਰੂਰ। ਆਤਮਾਵਾਂ ਨੂੰ ਵਾਣੀ ਤੋਂ ਪਰੇ ਜਾਣਾ ਹੈ। ਫਿਰ ਰਿਪੀਟ ਕਰਨਗੇ ਆਪਣਾ ਪਾਠ। ਪਰ ਬਾਪ ਨੂੰ ਯਾਦ ਕਰਦੇ ਕਰਦੇ ਜਾਓਗੇ ਤਾਂ ਉੱਚ ਪਦ ਪਾਓਗੇ। ਦੈਵੀ ਗੁਣ ਵੀ ਧਾਰਨ ਕਰਨੇ ਹੈ। ਕੋਈ ਗੰਦਾ ਕੰਮ ਚੋਰੀ ਚਕਾਰੀ ਦਾ ਨਹੀਂ ਕਰਨਾ ਚਾਹੀਦਾ। ਤੁਸੀਂ ਪੁੰਨ ਆਤਮਾ ਬਣੋਗੇ, ਯੋਗ ਨਾਲ, ਗਿਆਨ ਨਾਲ ਨਹੀਂ। ਆਤਮਾ ਪਵਿੱਤਰ ਚਾਹੀਦੀ ਹੈ। ਸ਼ਾਂਤੀ ਧਾਮ ਵਿੱਚ ਪਵਿੱਤਰ ਆਤਮਾਵਾਂ ਹੀ ਜਾ ਸਕਦੀਆਂ ਨੇ। ਸਭ ਆਤਮਾਵਾਂ ਉੱਥੇ ਰਹਿੰਦੀਆਂ ਨੇ, ਹੁਣ ਆਉਂਦੀਆਂ ਰਹਿੰਦੀਆਂ ਨੇ। ਹੁਣ ਬਾਕੀ ਜੋ ਵੀ ਹੋਣਗੀਆਂ ਉਹ ਇੱਥੇ ਆਉਂਦੀਆਂ ਰਹਿਣਗੀਆਂ। ਤੁਸੀਂ ਬੱਚਿਆਂ ਨੂੰ ਯਾਦ ਦੀ ਯਾਤਰਾ ਵਿੱਚ ਬਹੁਤ ਰਹਿਣਾ ਹੈ। ਇੱਥੇ ਤੁਹਾਨੂੰ ਮਦਦ ਬਹੁਤ ਚੰਗੀ ਮਿਲੇਗੀ। 1-2 ਦਾ ਬਲ ਮਿਲਦਾ ਹੈ ਨਾ। ਤੁਸੀਂ ਥੋੜੇ ਬੱਚਿਆਂ ਨੂੰ ਹੀ ਤਾਕਤ ਕੰਮ ਕਰਦੀ ਹੈ। ਗੋਵਰਧਨ ਪਹਾੜ ਦਿਖਾਉਂਦੇ ਨੇ ਨਾ, ਉਂਗਲੀ ਤੇ ਉਠਾਇਆ। ਤੁਸੀਂ ਗੋਪ ਗੋਪੀਆ ਹੋ ਨਾ। ਸਾਜੋਗੀ ਦੇਵੀ ਦੇਵਤਾਵਾਂ ਨੂੰ ਗੋਪ ਗੋਪੀਆ ਨਹੀਂ ਕਿਹਾ ਜਾ ਸਕਦਾ। ਉਂਗਲੀ ਤੁਸੀਂ ਦਿੰਦੇ ਹੋ। ਆਇਰਨ ਏਜ ਨੂੰ ਗੋਲਡਨ ਏਜ, ਨਰਕ ਨੂੰ ਸਵਰਗ ਬਣਾਉਣ ਦੇ ਲਈ ਤੁਸੀਂ ਇੱਕ ਬਾਪ ਦੇ ਨਾਲ ਬੁੱਧੀ ਦਾ ਯੋਗ ਲਗਾਉਂਦੇ ਹੋ। ਯੋਗ ਨਾਲ ਪਵਿੱਤਰ ਹੋਣਾ ਹੈ। ਇਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਹੈ। ਇਹ ਤਾਕਤ ਤੁਹਾਨੂੰ ਇੱਥੇ ਹੀ ਮਿਲਦੀ ਹੈ। ਬਾਹਰ ਵਿੱਚ ਆਸੁਰੀ ਮਨੁੱਖਾਂ ਦਾ ਸੰਗ ਰਹਿੰਦਾ ਹੈ। ਉੱਥੇ ਯਾਦ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ। ਇੰਨਾ ਡੋਲ ਉੱਥੇ ਤੁਸੀਂ ਰਹਿ ਨਹੀਂ ਸਕੋਗੇ। ਸੰਗਠਨ ਚਾਹੀਦਾ ਹੈ ਨਾ। ਇੱਥੇ ਸਭ
ਇੱਕ ਰਸ ਇਕੱਠੇ ਬੈਠਦੇ ਨੇ ਤਾਂ ਮਦਦ ਮਿਲੇਗੀ। ਇੱਥੇ ਧੰਦਾ ਆਦਿ ਕੁਝ ਯਾਦ ਨਹੀਂ ਰਹਿੰਦਾ, ਬੁੱਧੀ ਕਿੱਥੇ ਜਾਏਗੀ। ਬਾਹਰ ਵਿੱਚ ਰਹਿਣ ਨਾਲ ਧੰਦਾ ਆਦਿ ਘਰ ਖਿੱਚੇਗਾ ਜ਼ਰੂਰ। ਇੱਥੇ ਕੁਝ ਹੈ ਨਹੀਂ। ਇੱਥੋਂ ਦਾ ਵਾਯੂਮੰਡਲ ਚੰਗਾ ਸ਼ੁੱਧ ਰਹਿੰਦਾ ਹੈ। ਡਰਾਮਾ ਅਨੁਸਾਰ ਕਿੰਨਾ ਦੂਰ ਪਹਾੜੀ ਤੇ ਜਾ ਕੇ ਤੁਸੀਂ ਬੈਠਦੇ ਹੋ। ਯਾਦਗਾਰ ਤੁਸੀਂ ਸਾਹਮਣੇ ਐਕਿਊਰੇਟ ਖੜਾ ਹੈ। ਉੱਪਰ ਵਿੱਚ ਸਵਰਗ ਦਿਖਾਇਆ ਹੈ, ਨਹੀਂ ਤਾਂ ਕਿੱਥੋਂ ਬਣਾਈਏ। ਬਾਬਾ ਕਹਿੰਦੇ ਨੇ ਇੱਥੇ ਆ ਕੇ ਬੈਠਦੇ ਹੋ ਤਾਂ ਵੀ ਆਪਣੀ ਜਾਂਚ ਰੱਖੋ। ਅਸੀਂ ਬਾਪ ਦੀ ਯਾਦ ਵਿੱਚ ਬੈਠਦੇ ਹਾਂ। ਸਵਦਰਸ਼ਨ ਚੱਕਰ ਵੀ ਫਿਰਦਾ ਰਹੇ। ਅੱਛਾ ਮਿੱਠੇ ਮਿੱਠੇ ਸਿਕਿਲਰ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਆਪਣੀ ਯਾਦ ਦੇ ਚਾਰਟ ਤੇ ਪੂਰੀ ਨਜ਼ਰ ਰੱਖਣੀ ਹੈ। ਦੇਖਣਾ ਹੈ ਅਸੀਂ ਬਾਪ ਨੂੰ ਕਿੰਨਾ ਸਮੇਂ ਯਾਦ ਕਰਦੇ ਹਾਂ। ਯਾਦ ਦੇ ਸਮੇਂ ਬੁੱਧੀ ਕਿੱਥੇ ਕਿੱਥੇ ਭਟਕਦੀ ਹੈ। ਦੂਜਾ, ਇਸ ਕਿਆਮਤ ਦੇ ਸਮੇਂ ਵਿੱਚ ਵਾਣੀ ਤੋਂ ਪਰੇ ਜਾਣ ਦਾ ਪੁਰਸ਼ਾਰਥ ਕਰਨਾ ਹੈ। ਬਾਪ ਦੀ ਯਾਦ ਦੇ ਨਾਲ ਨਾਲ ਦੈਵੀ ਗੁਣ ਵੀ ਜ਼ਰੂਰ ਧਾਰਨ ਕਰਨੇ ਨੇ। ਕੋਈ ਗੰਦਾ ਕੰਮ ਚੋਰੀ ਆਦਿ ਦਾ ਨਹੀਂ ਕਰਨਾ ਹੈ। ਵਰਦਾਨ ਹੈ, ਵਿਅਰਥ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ। ਡਬਲ ਲਾਈਟ ਅਵਿਅਕਤ ਫਰਿਸ਼ਤਾ ਭਵ। ਵਿਅਰਥ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ। ਡਬਲ ਲਾਈਟ ਅਵਿਅਕਤ ਫਰਿਸ਼ਤਾ ਭਵ। ਅਵਿਅਕਤ ਫਰਿਸ਼ਤਾ ਬਣਨਾ ਹੈ ਤਾਂ ਵਿਅਰਥ ਬੋਲ ਜੋ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਸਦਾ ਦੇ ਲਈ ਸਮਾਪਤ ਕਰੋ। ਗੱਲ ਹੁੰਦੀ ਹੈ 2 ਸ਼ਬਦਾਂ ਦੀ, ਲੇਕਿਨ ਉਸ ਨੂੰ ਲੰਬਾ ਕਰਕੇ ਬੋਲਦੇ ਰਹਿਣਾ ਇਹ ਵੀ ਵਿਅਰਥ ਹੈ। 2-4 ਸ਼ਬਦਾਂ ਵਿੱਚ ਕੰਮ ਹੋ ਸਕਦਾ ਹੈ ਤਾਂ 12-15 ਸ਼ਬਦ ਨਾ ਬੋਲੋ, ਘੱਟ ਬੋਲੋ, ਹੌਲੇ ਬੋਲੋ। ਇਹ ਸਲੋਗਨ ਗਲੇ ਵਿੱਚ ਪਾ ਕੇ ਰੱਖੋ। ਵਿਅਰਥ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ ਬਣੋ ਤਾਂ ਵਿਅਕਤ ਫਰਿਸ਼ਤਾ ਬਣਨ ਵਿੱਚ ਬਹੁਤ ਮਦਦ ਮਿਲੇਗੀ। ਸਲੋਗਨ ਹੈ, ਜੋ ਖੁਦ ਨੂੰ ਪਰਮਾਤਮ ਪਿਆਰ ਦੇ ਪਿੱਛੇ ਕੁਰਬਾਨ ਕਰਦੇ ਨੇ ਸਫਲਤਾ ਉਹਨਾਂ ਦੇ ਗਲੇ ਦੀ ਮਾਲਾ ਬਣ ਜਾਂਦੀ ਹੈ। ਜੋ ਖੁਦ ਨੂੰ ਪਰਮਾਤਮ ਪਿਆਰ ਦੇ ਪਿੱਛੇ ਕੁਰਬਾਨ ਕਰਦੇ ਨੇ ਸਫਲਤਾ ਉਹਨਾਂ ਦੇ ਗਲੇ ਦੀ ਮਾਲਾ ਬਣ ਜਾਂਦੀ ਹੈ। ਓਮ ਸ਼ਾਂਤੀ।